सतगुरां दी साजी निवाजी गुरु रूप प्यारी गुरु सवारी साध संगत जी, आप जी सारियां संगतां नितनेम कर्म अनुसार परमेश्वर दे चरणां कमलां विच बैठ करके सतगुरां दी गुरबाणी नूं पढ़ना ते सुनना करदे हां। सतगुरां दे चरणां दे नाल अथाह प्यार है साडा, जो कि नितनेम कर्म अनुसार असीं सब कुछ नूं त्याग के परमात्मा दे चरणां विच जुड़ बैठ के परमात्मा दे हुक्म नूं सुनना करदे हां। हर एक मनुख की इच्छा होंदी है कि जो भी सुने उसनों मैं मनण दे भी यतन करां, पर कई बारी जिस तरह आपां कल सरवण कीता सी कि 3 जगह ते बंदे की घाड़त घड़ी जाती है, अपने कर्म कांड विच, स्कूल कालेज विच अते धार्मिक मंदिर दे विच। कई बारी मनुख की परिस्थिति जिहड़ी है समाजिक लैवल ते बहुती ठीक नहीं हुंदी, जिस दी समाजिक लैवल ते परिस्थिति बहुती ठीक न होवे, भगत कबीर जियां दी परिस्थिति समाजिक लैवल ते बहुती ठीक नहीं सी, बड़े वड्डे वड्डे दोष लगे ने। जिन्ने भी भगत होए ने रब दे प्यारे होए ने, तकरीबन परिस्थिति किसी की बहुतिਆਂ दी ठीक नहीं सी। धार्मिक मंदिरां दे दरवाजे सब वास्ते बंद ने, पर फिर भी उन्होंने परमेश्वर के नाम का सिमरन करना छड्या नहीं है। क्योंकि वो अंदरों इन्ने मजबूत हो चुके सन कि उन्होंने कमज़ोर करना दुनिया के वस का रोग नहीं रह गया सी। गुरबाणी मनुख नूं अंदरों इन्ना ताकतवर बनाउंदी है कि दुनिया का कोई भी वस ना चले कि एक अंदरों दुनिया इसनूं कमज़ोर ना कर सके। हर एक मनुख की इच्छा हुंदी है कि परमेश्वर के हुक्म के अनुसार ही अपनी जिंदगी बतीत की जाए, पर कुछ इहो जिहियां वस्तुआं ने जिन्हां कोल अत दी गरीबी है जां शरीर नूं कोई भयानक रोग लगे है, जिहदे कारण करके ये मनुख भलके उठ के इशनान करके वस्त्र पा के परमेश्वर के दर्शन तो वांझा रह जाता है, नहीं आया जाता। तो उन्हां वास्ते तो सतगुरां दा हुक्म है कि तुसीं सुनना है, अंदरों अंदर ही मन लेना है बैठा ने। एक बाहरों मनना है, एक अंदरों मनना है। गुरबाणी मनुख नूं सचेत करदी है कि जिमें बाहरों बैठ के सुनदा है, ऐसे तरह तो अंदर भी तेरा मन सुने, सचेत रहे। हर एक मनुख की इच्छा यही है, सुनिया जाए तो परमेश्वर के हुक्म नूं मन्निया जाए।
ਤੇ ਪਰਮੇਸ਼ਰ ਦਾ ਜਿਹੜਾ ਸੰਦੇਸ਼ ਹੈ, ਉਹ ਹੁਕਮ ਹੈ ਕਿ ਤੂੰ ਪਹਿਲਾਂ ਆਪਣੇ ਇਸ ਜ਼ਿੰਦਗੀ ਨੂੰ ਸਵਾਰਨ ਦੇ ਯਤਨ ਕਰ। ਸਵਾਰਿਆ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੱਕ 9 ਪਾਤਸ਼ਾਹੀਆਂ ਨੇ ਇਸ ਜ਼ਿੰਦਗੀ ਨੂੰ ਸਵਾਰਨ ਦੇ ਯਤਨ ਕੀਤੇ ਨੇ। ਤੇ ਜਦੋਂ ਪਤਾ ਲੱਗਿਆ ਕਿ ਹੁਣ ਜ਼ਿੰਦਗੀ ਸਵਾਰੀ ਗਈ ਹੈ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਦੇ ਵਿੱਚ ਬੀਜ ਪਾਤਾ। ਅਸੀਂ ਖੇਤੀ ਕਰਦੇ ਹਾਂ ਤੇ ਪਹਿਲਾਂ ਵਾਲੀ ਜਿੱਥੇ ਫਸਲ ਖੜੀ ਹੋਵੇ ਉਹਦੇ ਵਿੱਚ ਦੂਜੀ ਫਸਲ ਨਹੀਂ ਬੀਜਦੇ। ਪਹਿਲਾਂ ਵਾਲੀ ਫਸਲ ਨੂੰ ਵੱਢਦੇ ਹਾਂ, ਉਸ ਤੋਂ ਬਾਅਦ ਬਾਣ ਦੀ ਬੱਤ ਕਰਦੇ ਹਾਂ, ਫਿਰ ਉਸ ਦਾ 4 ਚੁਫੇਰਾ ਸਵਾਰਦੇ ਹਾਂ। ਪਹਿਲਾਂ ਵਾਲੀ ਫਸਲ ਦਾ ਬਿਲਕੁਲ ਨਾਮੋ ਨਿਸ਼ਾਨ ਮਿਟਾ ਦਿੰਦੇ ਹਾਂ। ਇਹ ਤੇ ਤਕਰੀਬਨ ਸਾਰਿਆਂ ਨੂੰ ਪਤਾ ਹੈ। ਪਹਿਲਾਂ ਵਾਲੀ ਫਸਲ ਵੱਢ ਕੇ ਸਾਰੇ ਬਾਣ ਨੂੰ ਬਿਲਕੁਲ ਸਾਫ਼ ਕਰਕੇ ਜਦੋਂ ਬੱਤ ਆ ਜਾਂਦੀ ਹੈ, ਫਿਰ ਉਹਦੇ ਵਿੱਚ ਕਿਰਸਾਨ ਬੀਜ ਬੀਜਦਾ। ਸਵਾਰੇ ਹੋਏ ਵਾਹਣ ਦੇ ਵਿੱਚ ਬੀਜ ਬੀਜਿਆ ਜਾਂਦਾ ਹੈ, ਉਹ ਵੀ ਜਦੋਂ ਬੱਤ ਆ ਜਾਏ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਇਸ ਜ਼ਿੰਦਗੀ ਨੂੰ ਸਵਾਰਦਾ ਰਹੇ। ਜਿਸ ਦਿਨ ਪਰਮੇਸ਼ਰ ਨੂੰ ਪਤਾ ਲੱਗਿਆ ਨਾ ਕਿ ਹੁਣ ਇਹ ਜ਼ਿੰਦਗੀ ਬਿਲਕੁਲ ਸਵਾਰੀ ਜਾ ਚੁੱਕੀ ਹੈ, ਬਾਣੀ ਆਪਣੇ ਬਾਣੇ ਨੂੰ ਖੁਦ ਜਨਮ ਦੇ ਦੇਗੀ। ਬੀਜ ਸਤਿਗੁਰਾਂ ਨੇ ਇਹਦੇ ਵਿੱਚ ਪਾ ਦੇਣਾ। ਮਨੁੱਖ ਇਸ ਦੇ ਕਰਮ ਉਲਟ ਕਰਦਾ ਹੈ। ਪਹਿਲੀ ਖੇਤੀ ਵੱਢੀ ਨਹੀਂ, ਵਾਹਣ ਸਵਾਰਿਆ ਨਹੀਂ, ਸਿੱਧਾ ਹੀ ਉਹਦੇ ਵਿੱਚ ਦੂਜੀ ਫਸਲ ਦਾ ਬੀਜ ਬੀਜਤਾ। ਕੀ ਲਾਹਾ ਮਿਲੇਗਾ? ਪਹਿਲੀ ਜ਼ਿੰਦਗੀ ਜਿਹੜੀ ਸੀ ਵਿਸ਼ੇ ਵਿਕਾਰਾਂ ਵਾਲੀ, ਉਹ ਨਹੀਂ ਸਵਾਰੀ। ਜਿਹੜੀ ਲੋਭ ਵਾਸ਼ਨਾ ਸੀ, ਕ੍ਰੋਧ ਵਾਸ਼ਨਾ ਸੀ, ਹੰਕਾਰ ਵਾਸਨਾ ਸੀ, ਵਿਸ਼ੇ ਵਿਕਾਰ, ਆਸਾ ਤ੍ਰਿਸ਼ਨਾ, ਇਹ ਸਾਰੀ ਦੀਆਂ ਸਾਰੀਆਂ ਪਹਿਲਾਂ ਇਹ ਜ਼ਿੰਦਗੀ ਸਵਾਰੀ ਨਹੀਂ ਹੈ, ਉਲਟਾ ਉਹਦੇ ਵਿੱਚ ਲਿਆ ਕੇ ਬੀਜ ਹੋਰ ਪਾ ਲਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਜੋ ਇਸ ਮਨੁੱਖਤਾ ਨੂੰ ਬਖਸ਼ਿਸ਼ ਦਿੱਤੀ ਹੈ ਅੰਮ੍ਰਿਤ ਦੀ, ਬੀਜ ਹੋਰ ਪਾ ਲਿਆ। ਹੁਣ ਪਹਿਲੀ ਵੀ ਫਸਲ ਖੜੀ ਹੈ, ਦੂਜੀ ਦਾ ਵੀ ਬੀਜ ਪਾ ਲਿਆ। ਇਹ ਕਿਰਸਾਨ ਉਹਦੇ ਵਿੱਚੋਂ ਕੀ ਖੱਟੇਗਾ? ਕੁਛ ਮਿਲੇਗਾ? ਗੁਰੂ ਨਾਨਕ ਮਹਾਰਾਜ ਜੀ ਜਿਹੜੇ ਅੰਮ੍ਰਿਤ ਵੇਲੇ ਅਸੀਂ ਜਪਜੀ ਸਾਹਿਬ ਦੇ ਪਾਠ ਪੜ੍ਹਦੇ ਸੁਣਦੇ ਆ ਨਾ, ਇਹਦੇ ਵਿੱਚ ਗੁਰੂ ਨਾਨਕ ਮਹਾਰਾਜ ਜੀ ਇਹੋ ਹੀ ਕਹਿੰਦੇ ਨੇ ਕਿ ਜਿਹੜੀ ਪਹਿਲਾਂ ਤੇਰੇ ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਹੈ, ਆਸਾ ਤ੍ਰਿਸ਼ਨਾ, ਲੋਭ ਹੰਕਾਰ ਦੀ, ਇਹ ਸਾਰੀ ਦੀ ਸਾਰੀ ਜ਼ਿੰਦਗੀ ਤੂੰ ਪਹਿਲਾਂ ਗੁਰੂ ਦੇ ਸ਼ਬਦ ਨਾਲ ਸਵਾਰ ਦੇ। ਇਹਨੂੰ ਗੁਰੂ ਦਾ ਸ਼ਬਦ ਕੱਟੇਗਾ। ਕੱਪੜੇ ਦੇ ਉੱਪਰੋਂ ਮੈਲ ਸਾਬਣ ਕੱਟਦੀ ਹੈ, ਮਨੁੱਖਤਾ ਦੇ ਮਨ ਦੀ ਜਿੰਨੀ ਮੈਲ ਹੈ, ਹੰਕਾਰ ਲੋਭ ਦੀ ਵਾਸ਼ਨਾ ਹੈ, ਇਹਨੂੰ ਗੁਰੂ ਦਾ ਸ਼ਬਦ ਕੱਟਦਾ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਸ ਨੂੰ ਪਹਿਲੇ ਸਵਾਰ। 9 ਪਾਤਸ਼ਾਹੀਆਂ ਨੇ ਯਤਨ ਕੀਤੇ ਨੇ ਮਨੁੱਖ ਦੀ ਇਸ ਖੇਤੀ ਨੂੰ ਸਵਾਰਨ ਦੇ। ਦਸਮੇਸ਼ ਪਿਤਾ ਨੇ ਇਸ ਦੇ ਵਿੱਚ ਬੀਜਿਆ ਬੀਜ ਕਿ ਪਤਾ ਹੁਣ ਖੇਤੀ ਠੀਕ ਹੈ, ਸਵਾਰੀ ਗਈ, ਬੱਤ ਆਈ ਹੈ, ਬੱਤ ਆਈ ਤੇ ਬੀਜ ਪੈ ਗਿਆ। ਤਾਂ ਫਿਰ ਜਿਹੜਾ ਕੋਈ ਕਿਰਸਾਨ ਬੱਤ ਆਈ ਤੇ ਬੀਜ ਪਾਉਂਦਾ ਹੈ, ਲਾਹਾ ਤੇ ਉਸੇ ਨੂੰ ਮਿਲਦਾ ਨਾ, ਉਸੇ ਲਈ
ਫਸਲ ਦਾ ਜਿਹੜਾ ਝਾੜ ਹੈ ਉਹਦੇ ਘਰ ਦੇ ਵਿੱਚ ਜਾਂਦਾ ਹੈ। ਸਮਾਜਿਕ ਨਿਯਮ ਨੇ ਤੇ ਪਰਮਾਤਮਾ ਦੇ ਘਰ ਦੇ ਵਿੱਚ ਵੀ ਇਹ ਨਿਯਮ ਨੇ ਕਿ ਪਹਿਲਾਂ ਤੂੰ ਗੁਰੂ ਦੇ ਸ਼ਬਦ ਦੇ ਨਾਲ ਆਪਣੀ ਇਸ ਖੇਤੀ ਨੂੰ 4 ਚਫੇਰਿਆਂ ਤੋਂ ਸਵਾਰ ਲੈ। ਸ਼ਬਦ ਦੇ ਨਾਲ ਪਰਮਾਤਮਾ ਦਾ ਨਾਮ ਸੁਣਦਾ ਰਹਿ, ਪਰਮਾਤਮਾ ਦੇ ਗੀਤ ਗਾਉਂਦਾ ਰਹਿ। ਜਿਸ ਦਿਨ ਪਰਮਾਤਮਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਹਾਂ ਹੁਣ ਇਹ ਖੇਤੀ ਸਵਾਰੀ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਬਾਣੀ ਆਪਣੇ ਬਾਣੇ ਨੂੰ ਜਨਮ ਦੇਵੇਗੀ। ਦੁਨੀਆ ਇਸ ਦੇ ਉਲਟ ਚੱਲਦੀ ਹੈ। ਪਹਿਲਾਂ ਵਾਲੀ ਖੇਤੀ ਵੱਢੀ ਨਹੀਂ, ਦੂਜੀ ਖੇਤੀ ਦਾ ਬੀਜ ਪਾ ਲਿਆ। ਤਾਂ ਨਤੀਜਾ ਕੀ ਹੈ? ਨਤੀਜੇ ਕੀ ਨੇ? ਉਹੀ ਲੋਭ ਚੱਲ ਰਿਹਾ ਹੈ, ਉਹੀ ਕ੍ਰੋਧ ਚੱਲ ਰਿਹਾ ਹੈ, ਉਹੀ ਕਾਮ ਵਾਸਨਾ ਚੱਲ ਰਹੀ ਹੈ, ਉਹੀ ਹੰਕਾਰ ਚੱਲ ਰਿਹਾ ਹੈ, ਉਹੀ ਆਸਾ ਚੱਲ ਰਹੀ ਹੈ, ਉਹੀ ਤ੍ਰਿਸ਼ਨਾ ਚੱਲ ਰਹੀ ਹੈ, ਉਹੀ ਦੇਖਣਾ, ਉਹੀ ਬੋਲਣਾ, ਉਹੀ ਸੁਣਨਾ। ਸਭ ਕੁਛ ਤੇ ਪਹਿਲਾਂ ਵਾਲਾ ਚੱਲ ਰਿਹਾ, ਬਦਲਿਆ ਤੇ ਕੁਛ ਵੀ ਨਹੀਂ। ਬਦਲਿਆ ਤੇ ਕੁਛ ਵੀ ਨਹੀਂ। ਜੇ ਪਹਿਲਾਂ ਵਾਲੀ ਫਸਲ ਵੱਢੀ ਹੁੰਦੀ ਫੇਰ ਹੀ ਦੂਜੀ ਫਸਲ ਬਦਲਣੀ ਸੀ ਨਾ। ਇਹਦੇ ਵਿੱਚ ਬਦਲਿਆ ਕੁਛ ਵੀ ਨਹੀਂ ਹੈ। ਤਾਂ ਮਨੁੱਖ ਕਹਿੰਦਾ ਕਿ ਸਿੱਧਾ ਹੀ ਬੀਜ ਮੈਂ ਦੂਜਾ ਪਾ ਦਿਆਂ। 2 ਫਸਲਾਂ ਇਕੱਠੀਆਂ ਕੋਈ ਲਾਹਾ ਨਹੀਂ ਲੈ ਸਕਦੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਸ਼ਬਦ ਦੇ ਨਾਲ ਇਸ ਆਪਣੀ ਸਰੀਰ ਰੂਪੀ ਖੇਤੀ ਨੂੰ ਸਵਾਰ ਲੈ। ਪਹਿਲੇ ਅਜੋਕੇ ਸਮੇਂ ਦਾ ਤੇ ਜਵਾਨਾ ਹੀ ਵਾਲਾ ਫਾਸਟ ਹੋ ਗਿਆ। ਹੁਣ ਤੇ ਬੰਦਾ ਕਹਿੰਦਾ ਹੈ ਕਿ ਸ਼ਾਮ ਨੂੰ ਤੇ ਜੋ ਕੁਛ ਖਾਣਾ ਹੈ ਪੀਣਾ ਹੈ ਖਾ ਲਓ ਪੀ ਲਓ ਮੌਜਾਂ ਕਰੋ। ਸੁਬਹ ਉੱਠਦਿਆਂ ਹੀ ਬੰਦਾ ਕਹਿ ਦਿੰਦਾ ਚਲੋ ਹੁਣ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਬਣ ਜਾਂਦੇ। ਗੁਰਮੁਖਾ ਪੁੱਤ ਬਣ ਜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਕੋਈ ਗੱਲ ਨਹੀਂ, ਪਰ ਕਮ ਸੇ ਕਮ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਪੁੱਛ ਤੇ ਲੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਤੂੰ ਬਣੇਗਾ ਕਿਵੇਂ। ਪੁੱਛ ਤੇ ਲੈ ਇੱਕ ਵਾਰੀ। ਇਹ ਗੱਲ ਮਨੁੱਖਤਾ ਵਾਸਤੇ ਆਮ ਹੋ ਗਈ। ਤੇ ਜਿਹੜੀ ਵੀ ਚੀਜ਼ ਆਮ ਹੋ ਜੇ ਉਹਦੀ ਕਦਰ ਕੀਮਤ ਕਿੰਨੀ ਕੁ ਰਹਿੰਦੀ ਹੈ। ਸੋਨਾ ਬੜਾ ਮਹਿੰਗਾ ਹੋਇਆ ਪਿਆ। ਜੇ ਸਰਕਾਰਾਂ ਕਹਿ ਦੇਣ ਵੀ 100 ਰੁਪਏ ਨੂੰ ਸੋਨਾ ਕਿਲੋ ਲੈ ਜਾਓ, ਇਹਦੀ ਕੀਮਤ ਰਹੂ ਕੋਈ ਕੀਮਤ ਨਹੀਂ ਰਹਿੰਦੀ। ਅੱਜ ਉਸ ਦੀ ਕਦਰ ਕੀਮਤ ਇਸੇ ਕਰਕੇ ਹੈ ਕਿ ਉਹ ਬਹੁਤ ਘੱਟ ਹੈ, ਇਸੇ ਕਰਕੇ ਉਹਦੀ ਕੀਮਤ ਵੱਧ ਹੈ। ਹੁਣ ਜਿਹੜਾ ਹੈ ਮਨੁੱਖਤਾ ਨੇ ਕੀ ਕੀਤਾ ਹੈ, ਹੁਣ ਮਨੁੱਖ ਸ਼ਾਮ ਨੂੰ ਕੁਛ ਹੋਰ ਹੁੰਦਾ ਹੈ ਤੇ ਸੁਬਹ ਦਿਨ ਚੜ੍ਹਦਿਆਂ ਹੀ ਚੱਲ ਪੈਂਦਾ, ਕਹਿੰਦੇ ਹੁਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਬਣਨਾ। ਆਮ ਗੱਲ ਹੋ ਗਈ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਪਹਿਲਾਂ ਵਾਲੀ ਖੇਤੀ ਤੇ ਹਜੇ ਤੋਂ ਵੱਢੀ ਨਹੀਂ। ਉਹ ਤੇ ਫਸਲ ਤੇਰੀ ਖੜੀ ਹੈ, ਕ੍ਰੋਧ ਵੀ ਖੜਾ ਹੈ, ਹੰਕਾਰ ਵੀ ਖੜਾ ਹੈ, ਕਾਮ ਵਾਸ਼ਨਾ ਵੀ ਖੜੀ ਹੈ, ਮੋਹ ਵੀ ਖੜਾ ਹੈ। ਸਾਰਾ ਕੁਛ ਪਹਿਲਾਂ ਵਾਲੀ ਫਸਲ ਤੇ ਹਜੇ ਖੜੀ ਹੈ, ਉਹ ਤੇ ਨਹੀਂ ਨਾ ਵੱਢੀ। ਉਹਦੇ ਵਿੱਚ ਹੋਰ ਬੀਜ ਬੀਜਦਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਨੇ ਪਹਿਲਾਂ ਆਪਣੀ ਇਹ ਸਰੀਰ ਰੂਪੀ ਫਸਲ ਖੇਤ ਹੈ ਜਿਹੜਾ, ਇਹਨੂੰ ਸਵਾਰ ਗੁਰੂ ਦੇ ਸ਼ਬਦ ਦੇ ਨਾਲ, ਫੇਰ ਹੋ। ਆ ਬਥੇਰੇ ਤੇ ਦੂਜਿਆਂ ਦੀ ਜ਼ਿੰਦਗੀ ਸਵਾਰਦੇ ਫਿਰਦੇ ਨੇ। ਬਥੇਰੇ ਕਹਿੰਦੇ ਹੁੰਦੇ ਨੇ ਤੂੰ ਹੁਣ ਬਥੇਰਾ ਖਾ ਪੀ ਲਿਆ, ਹੁਣ ਤੇ ਵਿਆਹ ਸ਼ਾਦੀਆਂ ਵੀ ਸਾਰੇ ਬੱਚਿਆਂ ਦੇ ਹੋ ਗਏ, ਤੂੰ ਵੱਡਾ ਹੋ ਗਿਆ, ਹੁਣ ਤੂੰ ਗੁਰੂ ਦੇ ਲੜ ਲੱਗ ਜਾ। ਆ ਬਥੇਰੇ ਮੇਰੇ ਵਰਗੇ ਕਹਿੰਦੇ ਹੁੰਦੇ ਨੇ। ਉਹ ਕੀ ਕਰਦੇ ਨੇ, ਚੱਕ ਚਕਾ ਕੇ 1-2 ਰਿਸ਼ਤੇਦਾਰ ਲੱਗ ਜਾਂਦੇ ਨੇ, 2-4 ਕੋਈ ਨਗਰ ਵਾਲੇ ਹੁੰਦੇ ਨੇ, 1-2 ਧਾਰਮਿਕ ਸਥਾਨਾਂ ਵਾਲੇ ਹੁੰਦੇ ਨੇ। ਉਹ ਸਾਰੇ ਰਲ ਕੇ ਤੇ ਉਹਨੂੰ ਕਹਿੰਦੇ ਹੁਣ ਤੇ ਤੂੰ ਬਾਜਾਂ ਵਾਲੇ ਦਾ ਪੁੱਤ ਬਣ ਗਿਆ। ਬਾਜਾਂ ਵਾਲੇ ਦਾ ਪੁੱਤ ਹੰਕਾਰੀ ਹੁੰਦਾ, ਬਾਜਾਂ ਵਾਲੇ ਦਾ ਪੁੱਤ ਕ੍ਰੋਧੀ ਹੁੰਦਾ, ਬਾਜਾਂ ਵਾਲੇ ਦਾ ਪੁੱਤ ਲੋਕਾਂ ਦੇ ਘਰ ਉਜਾੜਦਾ ਹੁੰਦਾ, ਬਾਜਾਂ ਵਾਲੇ ਦਾ ਪੁੱਤ ਕਿਸੇ ਦਾ ਹੱਕ ਮਾਰ ਕੇ ਆਪਣੇ ਘਰੇ ਲੈ ਕੇ ਆਉਂਦਾ ਹੁੰਦਾ। ਇਹੋ ਜਿਹੇ ਬਾਜਾਂ ਵਾਲੇ ਦੇ ਪੁੱਤ ਸੀ।
वो सारी दी सारी पहलां वाली फसल खड़ी है, 5-7 जाने रल के कहंदे हुण इहदे विच होर बीज पा दे। ਉਹਦੇ ਕੋਲ ਪਹਿਲਾਂ ਤੇ ਹੰਕਾਰ ਹੁੰਦਾ ਹੈ 1-2 ਗੱਲਾਂ ਦਾ ਹੀ, ਉਹਦੇ ਵਿੱਚ ਹੋਰ ਹੰਕਾਰ ਵੱਧ ਜਾਂਦਾ ਕਿਉਂ ਜਦੋਂ ਹੁਣ ਇੱਕ ਖੇਤ ਦੇ ਵਿੱਚ 2 ਫਸਲਾਂ ਬੀਜੀਆਂ ਗਈਆਂ, ਹੁਣ ਖੇਤੀ ਤਾਂ ਸੰਘਣੀ ਹੋਵੇਗੀ ਨਾ, ਉਹ ਤੇ ਸੰਘਣੀ ਹੋਣੀ ਹੈ, ਤੇ ਸੰਘਣੀ ਖੇਤੀ ਨੂੰ ਕੋਈ ਫਲ ਨਹੀਂ ਲੱਗਦਾ, ਇਹ ਵੀ ਸਾਰਿਆਂ ਨੂੰ ਪਤਾ ਹੈ, ਫਲ ਕੋਈ ਨਹੀਂ। ਤੋ ਜਿਹੜਾ ਕੋਈ ਬਾਜਾਂ ਵਾਲੇ ਦਾ ਪੁੱਤ ਬਣ ਗਿਆ ਉਹ ਕਦੇ ਹੰਕਾਰੀ ਨਹੀਂ ਹੋ, ਬਾਜਾਂ ਵਾਲੇ ਦਾ ਪੁੱਤ ਕਦੇ ਲੋਭੀ ਨਹੀਂ ਹੋ। ਬਾਜਾਂ ਵਾਲੇ ਦਾ ਪੁੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਪੁੱਤਰ ਕਦੇ ਕਿਸੇ ਦਾ ਘਰ ਉਜਾੜਨ ਦੇ ਯਤਨ ਨਹੀਂ ਕਰੂਗਾ। ਤੇ ਪਹਿਲਾਂ ਵਾਲੀ ਖੇਤੀ ਦਾ ਸਾਰਾ ਕੁਛ ਤਾਂ ਪਹਿਲਾਂ ਵਾਲਾ ਕਰੀ ਜਾਂਦਾ, ਤੇਰਾ ਬਦਲਿਆ ਕੀ ਹੈ? ਉਹ ਤੇ ਹਜੇ ਪਹਿਲਾਂ ਤੇ ਕੋਈ ਨਾ ਕੋਈ ਇੱਕ ਖੇਤੀ ਦੇ ਵਿੱਚੋਂ ਤਾਂ ਲਾਹਾ ਮਿਲ ਜਾਣਾ। ਜਿਹੜਾ ਇੱਕ ਖੇਤੀ ਦੇ ਵਿੱਚ 2 ਪ੍ਰਕਾਰ ਦੀਆਂ ਫਸਲਾਂ ਗਰਮੀ ਵਾਲੀ ਤੇ ਸਰਦੀ ਵਾਲੀ ਬੀਜੋ ਤੇ ਕੋਈ ਲਾਹਾ ਹੀ ਨਹੀਂ। ਕਈ ਵਾਰੀ ਮਾਫ਼ ਕਰਨਾ, ਕਈ ਵਾਰੀ ਅਸੀਂ ਵੀ ਧਰਮ ਦੇ ਵਿੱਚ ਰਹਿੰਦੇ ਰਹਿੰਦੇ ਐਡੇ ਵੱਡੇ ਪਾਪਾਂ ਦੇ ਬੀਜ ਬੀਜ ਦਿੰਦੇ ਹਾਂ, ਸਾਨੂੰ ਪਤਾ ਤੱਕ ਵੀ ਨਹੀਂ ਲੱਗਦਾ ਇਹ ਪਾਪ ਦਾ ਬੀਜ ਬੀਜਣਾ ਹੈ। ਜਿਹੜਾ ਕਿਸੇ ਨੂੰ ਰਹਿ ਦੇਣੀ ਹੈ ਨਾ ਵੀ ਤੇਰੀ ਇੱਕ ਫਸਲ ਖੜੀ ਹੈ ਤੇ ਉਹਦੇ ਵਿੱਚ ਹੁਣ ਦੂਜੀ ਹੋਰ ਬੀਜ ਲਾ, ਇਹ ਤਾਂ ਕਿਸੇ ਦਾ ਘਰ ਉਜਾੜਨ ਦੇ ਯਤਨੀ ਨੇ ਨਾ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਪਹਿਲਾਂ ਵਾਲੀ ਖੇਤੀ ਜਿਹੜੀ ਹੈ ਇਹਨੂੰ ਸਵਾਰ, ਫਸਲ ਨੂੰ ਇਹਨੂੰ ਵੱਢ, ਖੇਤੀ ਸਵਾਰ, ਫਿਰ ਉਹਦੇ ਵਿੱਚ ਬੀਜ ਪਾਈ। ਤਾਂ 9 ਪਾਤਸ਼ਾਹੀ ਮਹਾਰਾਜ ਜੀਆਂ ਨੇ ਇਹੀ ਯਤਨ ਕੀਤੇ ਨੇ ਕਿ ਇਸ ਜ਼ਿੰਦਗੀ ਨੂੰ ਸਵਾਰਿਆ ਜਾਵੇ ਗੁਰੂ ਦੇ ਸ਼ਬਦ ਦੇ ਨਾਲ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਹਦੇ ਵਿੱਚ ਅੰਮ੍ਰਿਤ ਦਾ ਬੀਜ ਪਾਇਆ। ਜਦੋਂ ਪਤਾ ਲੱਗ ਗਿਆ ਵੀ ਹੁਣ ਖੇਤੀ ਸਵਾਰੀ ਗਈ, ਤਾਂ ਗੁਰੂ ਸਾਹਿਬ ਜੀ ਮਹਾਰਾਜ ਜਿਹੜੀ ਅਸੀਂ ਸਤਿਗੁਰਾਂ ਦੇ ਹੁਕਮ ਨੂੰ ਸੁਣਦੇ ਹਾਂ, ਤਾਂ ਸਤਿਗੁਰਾਂ ਦਾ ਹੁਕਮ ਤੇ ਪਹਿਲੇ ਇਹ ਹੈ, ਪਹਿਲਾ ਹੁਕਮ ਹੈ ਕਿ ਆਪਣੀ ਖੇਤੀ ਨੂੰ ਸਵਾਰ, ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ। ਤਾਂ ਗੁਰੂ ਨਾਨਕ ਦਾ ਬਚਨ ਇੱਕ ਜਪਜੀ ਸਾਹਿਬ ਦੇ ਵਿੱਚੋਂ ਮੈਂ ਆਪ ਜੀਆਂ ਦੇ ਸਾਹਮਣੇ ਰੱਖਾਂ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ। ਲੈ ਸਵਾਰ ਆਪਣੀ ਖੇਤੀ ਨੂੰ। ਥਿਤ ਵਾਰ ਦਿਨ, ਤਰੀਕ, ਮਹੀਨੇ, ਸਾਲ, ਇਹ ਸਾਰੇ ਦੇ ਸਾਰੇ ਗੁਰੂ ਨਾਨਕ ਮਹਾਰਾਜ ਕਹਿੰਦੇ ਭੁੱਲ ਜਾ, ਭੁੱਲ ਜਾ। ਬੰਦਾ ਕਦੇ ਦਿਨ ਵਾਰ ਥਿਤ ਵਾਰ ਭੁੱਲਦਾ, ਬੰਦੇ ਦੇ ਸਾਲ ਤੋਂ ਬਾਅਦ ਯਾਦ ਰਹਿੰਦਾ ਹੈ ਕਿ ਇਸ ਦਿਨ ਇਸ ਤਰੀਕ ਨੂੰ ਮੇਰਾ ਜਨਮ ਦਿਨ ਹੈ। ਭੁੱਲਦਾ ਕਦੇ? ਲਗਾਤਾਰ ਲੱਗਿਆ ਰਹਿੰਦਾ ਆਪਣੇ ਜਨਮ ਦਿਨ ਮਨਾਉਣ ਤੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿੰਨਾ ਜਨਮ ਨੂੰ ਗਹਿਰਾ ਲਵੇਂਗਾ ਨਾ, ਮਰਨ ਦਾ ਓਨਾ ਹੀ ਦੁੱਖ ਜ਼ਿਆਦਾ ਹੋਊਗਾ, ਮਰਨ ਦੇ ਓਨੇ ਹੀ ਪਹਿਲਾਂ ਯਤਨ ਕਰੇਗਾ, ਓਨਾ ਹੀ ਦੁੱਖ ਜ਼ਿਆਦਾ ਹੋਵੇਗਾ ਮਰਨ ਦਾ। ਤੇ ਮਰਨ ਤੋਂ ਪਹਿਲਾਂ ਤੂੰ ਆਪਣੇ ਜਿਹੜੇ ਯਤਨ ਹੈ ਉਹ ਕਰੇਗਾ। ਦੁਨੀਆ ਕਰਦੀ ਹੈ ਯਤਨ। ਹੁਣ ਦੇ ਮੌਜੂਦਾ ਹਾਲਾਤ ਦੱਸੀਏ, ਦੁਨੀਆ ਦੇ ਵਿੱਚ ਕੋਈ ਵੀ ਮਨੁੱਖ ਹੈ, ਹਰ ਇੱਕ ਮਨੁੱਖ ਦੀ ਇੱਛਾ ਜਾਗੀ ਹੋਈ ਹੈ ਕਿ ਕਿਤੇ ਕਰੋਨਾ ਨਾ ਹੋ ਜੇ, ਇਹਦਾ ਟੀਕਾ ਲਵਾ ਲਈਏ। ਪਹਿਲਾਂ ਲਵਾਉਂਦੇ ਆ ਨਾ ਅਸੀਂ ਸਾਰੇ। ਪਹਿਲੇ ਤੇ ਯਤਨ ਇਹ ਹੈ ਜਿਹਨੇ ਜਿਹੜਾ ਕੋਈ ਜਨਮ ਹੋ ਗਿਆ ਉਹਨੇ ਮਰਨਾ ਹੈ। ਕੋਈ ਜ਼ਰੂਰੀ ਨਹੀਂ ਹੈ ਵੀ ਕਰੋਨਾ ਦੇ ਨਾਲ ਹੀ ਮਰੇਗਾ, ਹੋਰ ਬਿਮਾਰੀਆਂ ਬਥੇਰੀਆਂ ਨੇ। ਜਦੋਂ ਆ ਲੱਗੀ ਉਦੋਂ ਤਾਂ ਬਿਨਾਂ ਬਿਮਾਰੀ ਤੋਂ ਵੀ ਜਾਣਾ ਪਵੇਗਾ। ਬੜੇ ਯਤਨ, ਜੋ ਕੁਛ ਅੱਜ ਤੱਕ ਮਿਲਿਆ ਮੌਜੂਦਾ ਹਾਲਾਤ ਜਿਹੜੇ ਚੱਲ ਰਹੇ, ਮੈਂ ਤੁਹਾਡੇ ਇੱਕ ਬਿਆਨ ਸਾਹਮਣੇ ਰੱਖ ਦਿੰਦਾ, ਅੱਗੇ ਤੁਸੀਂ ਸਿਆਣੇ ਹੀ ਹੋ। ਜੋ ਕੁਛ ਅੱਜ ਮਿਲ ਰਿਹਾ ਸਾਨੂੰ ਫਰੀ ਦੇ ਵਿੱਚ ਮਿਲ ਰਿਹਾ, ਸਾਡੇ ਘਰੇ ਆ ਕੇ ਮਿਲ ਰਿਹਾ, ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਕੋਈ ਬਹੁਤੇ ਚੰਗੇ ਨਹੀਂ ਨਿਕਲਣਗੇ। ਜੋ ਕੁਛ ਸਾਨੂੰ ਫਰੀ 'ਚ ਮਿਲ ਰਿਹਾ
ਘਰੇ ਆ ਕੇ ਮਿਲ ਰਿਹਾ ਹੈ। ਅੱਜ ਤੱਕ ਜੋ ਕੁਝ ਸਾਨੂੰ ਫ੍ਰੀ ਦੇ ਵਿੱਚ ਮਿਲਿਆ ਸੀ, ਭਾਵੇਂ ਅਸੀਂ ਜਾ ਕੇ ਲਿਆਂਦਾ, ਭਾਵੇਂ ਸਾਡੇ ਘਰੇ ਆਇਆ, ਉਹਦੇ ਨਤੀਜੇ ਅੱਜ ਅਸੀਂ ਸਾਰਾ ਦੇਸ਼ ਭੁਗਤ ਰਹੇ ਹਾਂ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਨਤੀਜੇ ਕੋਈ ਚੰਗੇ ਨਿਕਲਣਗੇ। ਇੰਨਾ ਕੁ ਮੈਂ ਤੁਹਾਨੂੰ ਇੱਕ ਸੇਧ ਦੇ ਦਿੱਤੀ ਹੈ, ਅੱਗੇ ਹੁਣ ਤੁਸੀਂ ਆਪੇ ਸਮਝ ਲਿਓ। ਮਨੁੱਖਤਾ ਦੇ ਮੌਤ ਤੋਂ ਡਰਨ ਦੇ ਬੜੇ ਇਹ ਯਤਨ ਕਰਕੇ ਰਹਿੰਦਾ ਕਿ ਮੌਤ ਨਾ ਆਵੇ, ਮੌਤ ਨਾ ਆਵੇ, ਪਰ ਉਤੇ ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਭੰਨ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚਲੋ ਮੈਂ ਇੱਕੋ ਹੀ ਗੱਲ 'ਤੇ ਰਵਾਂ, ਜਿਹੋ ਜਿਹਾ ਸਮਾਂ ਕਿ ਤੂੰ ਪਹਿਲਾਂ ਵਾਲੀ ਖੇਤੀ ਜਿਹੜੀ ਹੈ ਇਹਨੂੰ ਸਵਾਰ, ਖੇਸੀ ਸੁਸੀ ਸਵਾਰੀ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਪਹਿਲਾਂ ਵਾਲੀ ਸਵਾਰ ਤੂੰ, ਜਿਹੜੀ ਤੇਰੀ ਖੇਤੀ ਹੈ। ਜੇ ਤੂੰ ਪਹਿਲਾਂ ਵਾਰੀ ਨਾ ਸਵਾਰ ਸਕਿਆ, ਰੱਬ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੋਣਾ। ਭਗਤ ਨਾਮਦੇਵ ਜੀਆਂ ਵੇਲੇ ਨਾ ਇੱਕ ਰੱਬ ਦਾ ਭਗਤ ਹੋਇਆ, ਤੁਕਾ ਰਾਮ। ਤੁਕਾ ਰਾਮ ਉਹ ਡੇਲੀ ਬੇਸ 'ਤੇ ਆਪਣੀ ਪਤਨੀ ਦੇ ਨਾਲ ਅੰਮ੍ਰਿਤ ਵੇਲੇ ਨਦੀ 'ਤੇ ਇਸ਼ਨਾਨ ਕਰਨ ਜਾਣਾ, ਫਿਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਆ ਕੇ ਨਾਮ ਜਪਣਾ। ਪੁਰਾਣੇ ਜ਼ਮਾਨਿਆਂ ਦੇ ਵਿੱਚ ਭਗਤ ਰੱਬ ਦੇ ਪਿਆਰੇ ਜ਼ਿਆਦਾਤਰ ਨਦੀਆਂ 'ਤੇ ਕੰਢੇ ਸੀ ਜਿਹੜਾ ਉਹ ਆਪਣਾ ਆਸਣ ਲਾ ਕੇ ਰੱਖਦੇ ਹੁੰਦੇ ਸੀ। ਅਤੇ ਤੁਕਾ ਰਾਮ ਜੀਆਂ ਨੇ ਇੱਕ ਦਿਨ ਇਸ਼ਨਾਨ ਕਰਕੇ ਨਾ ਵਾਪਸ ਆ ਰਹੇ ਸੀ ਦੋਨੇ, ਪਤਨੀ ਉਹਨਾਂ ਦੇ ਮਗਰ ਸੀ ਅਤੇ ਤੁਕਾ ਰਾਮ ਜੀ ਅੱਗੇ ਆਉਂਦੇ ਸੀ। ਰਸਤੇ ਦੇ ਵਿੱਚ ਭਗਤ ਤੁਕਾ ਰਾਮ ਜੀ ਕੀ ਦੇਖਦੇ ਨੇ, ਇੱਕ ਸੋਨੇ ਦਾ ਬਹੁਤ ਵੱਡਾ ਹਾਰ ਡਿੱਗਿਆ ਪਿਆ, ਸੋਨੇ ਦਾ ਹਾਰ। ਤੇ ਉਹ ਭਗਤ ਨੇ ਸੋਚਿਆ, ਤੁਕਾ ਰਾਮ ਜੀਆਂ ਨੇ, ਕਹਿੰਦੇ ਪਿੱਛੇ ਮੇਰੀ ਪਤਨੀ ਆ ਰਹੀ ਹੈ, ਤੇ ਜੇ ਇਹ ਸੋਨੇ ਦਾ ਹਾਰ ਮੇਰੀ ਪਤਨੀ ਨੇ ਦੇਖ ਲਿਆ ਨਾ, ਉਹ ਕਿਤੇ ਚੁੱਕ ਨਾ ਲਵੇ, ਉਹ ਕਿਤੇ ਚੁੱਕ ਕੇ ਆਪਣੇ ਕੋਲ ਨਾ ਰੱਖ ਲੇ। ਭਗਤ ਨੇ ਇਹ ਸੋਚ ਕੇ ਉਹ ਸੋਨੇ ਦੇ ਹਾਰ 'ਤੇ ਨਾ ਮਿੱਟੀ ਪਾਉਣੀ ਸ਼ੁਰੂ ਕਰ ਦਿੱਤੀ ਵੀ ਇਹਨੂੰ ਮਿੱਟੀ ਦੇ ਵਿੱਚ ਹੀ ਦੱਬ ਦਿੰਦੇ ਆ, ਹੋਰ ਤੇ ਕੋਈ ਯਤਨ ਹੈ ਨਹੀਂ ਸੀ ਕੋਲੇ। ਭਗਤ ਤੁਕਾ ਰਾਮ ਜੀ ਬੁੱਕ ਭਰਿਆ ਕਰਨ ਮਿੱਟੀ ਦਾ, ਸੋਨੇ ਦੇ ਹਾਰ 'ਤੇ ਪਾ ਦਿਆ ਕਰਨ, ਬੁੱਕ ਭਰਿਆ ਕਰਨ ਮਿੱਟੀ ਦਾ, ਸੋਨੇ 'ਤੇ ਹਾਰ 'ਤੇ ਪਾ ਦਿਆ ਕਰਨ। ਐਨੇ ਨੂੰ ਜਿਹੜੀ ਉਹਦੀ ਪਤਨੀ ਆਉਂਦੀ ਸੀ, ਧਰਮ ਸਪਤਨੀ, ਉਹ ਵੀ ਭਗਤ ਤੁਕਾ ਰਾਮ ਦੇ ਕੋਲ ਆ ਗਈ, ਕਿਉਂਕਿ ਤੁਕਾ ਰਾਮ ਜੀ ਰੁਕ ਗਏ ਅਤੇ ਪਤਨੀ ਉਹਨਾਂ ਦੇ ਬਰਾਬਰ ਰਲ ਗਈ। ਉਹ ਜਦ ਭਗਤ ਜੀਆਂ ਨੂੰ ਇਹ ਰੇਤ ਚੱਕਦੇ ਤੇ ਰੇਤ ਸੁੱਟਦਿਆਂ ਨੂੰ ਦੇਖਿਆ ਨਾ, ਉਹਨੇ ਹੱਥ ਜੋੜ ਕੇ ਕਹਿਣ ਲੱਗੀ, ਕਹਿੰਦੀ ਪਤੀ ਗੁਰਦੇਵ, ਪਤੀ ਗੁਰਦੇਵ, ਕਹਿੰਦੀ ਇਹ ਕੀ ਕਰਦੇ ਪਏ ਹੋ ਤੁਸੀਂ? ਹੱਥ ਜੋੜ ਕੇ। ਇਹ ਇੱਕ ਸਤਿਕਾਰ ਹੁੰਦਾ ਸੀ ਪੁਰਾਣੇ ਜ਼ਮਾਨਿਆਂ ਦੇ ਵਿੱਚ, ਇੰਨਾ ਸਤਿਕਾਰ ਹੁੰਦਾ ਸੀ ਇੱਕ ਔਰਤ ਵੱਲੋਂ, ਇੱਕ ਆਪਣੇ ਬੱਚੇ ਦਾ, ਇੱਕ ਪਤੀ ਦਾ, ਇੱਕ ਆਪਣੇ ਪਿਤਾ ਦਾ, ਇੱਕ ਆਪਣੇ ਭਰਾ ਦਾ ਸਤਿਕਾਰ ਕੀਤਾ ਜਾਂਦਾ ਸੀ। ਬਜ਼ੁਰਗ ਬੀਬੀਆਂ ਤੁਸੀਂ ਬੈਠੀਆਂ, ਵਿਹੜੇ ਦੇ ਵਿੱਚ ਬਹਿ ਕੇ ਜੇ ਕੋਈ ਮਾਤਾ ਕੇਸ ਵਾਹੁੰਦੀ ਹੁੰਦੀ ਤੇ ਉਹਨੂੰ ਪਤਾ ਲੱਗ ਜਾਂਦਾ ਨਾ, ਮੇਰਾ ਭਰਾ ਆ ਰਿਹਾ, ਜਾਂ ਮੇਰਾ ਪਤੀ ਆ ਰਿਹਾ, ਜਾਂ ਮੇਰਾ ਬੇਟਾ ਆ ਰਿਹਾ, ਜਾਂ ਮੇਰਾ ਬਾਪੂ ਆ ਰਿਹਾ, ਸੱਚ ਜਾਣਿਓ ਉਹ ਵਿਹੜੇ ਦੇ ਵਿੱਚੋਂ ਉੱਠ ਕੇ ਅੰਦਰ ਜਾ ਕੇ ਲੁਕ ਜਾਂਦੀ ਹੁੰਦੀ ਸੀ, ਤਾਂ ਕਿ ਕੋਈ ਮੇਰਾ ਭਰਾ, ਮੇਰਾ ਪੁੱਤਰ, ਮੇਰਾ ਪਤੀ, ਮੇਰਾ ਬਾਪ ਮੇਰਾ ਸਿਰ ਨੰਗਾ ਨਾ ਦੇਖ ਲਏ। ਇਹ ਚੀਜ਼ ਚੱਲਦੀ ਸੀ। ਗੁਰਬਾਣੀ ਨੇ ਸਿੱਧ ਕੀਤਾ ਹੈ, ਜੇ ਅੱਜ ਇਹ ਗੱਲਾਂ ਨਹੀਂ ਰਹੀਆਂ, ਸ਼ਰਮ ਗਈ ਘਰੇ ਆਪਣੇ ਪਤ ਉੱਥੇ ਟੱਲੀ ਨਾਲ। ਜਿੱਥੇ ਸ਼ਰਮ ਨਹੀਂ ਉੱਥੇ ਇੱਜ਼ਤ ਵੀ ਕੋਈ ਨਹੀਂ ਹੈ, ਕੋਈ ਇੱਜ਼ਤ ਨਹੀਂ। ਤੇ ਸਮਾਜ ਦੇ ਵਿੱਚ ਇਹ ਤੇ ਗੱਲਾਂ ਆਮ ਹੀ ਹੋ ਗਈਆਂ ਨੇ। ਕਿਹਦਾ ਸਿਰ ਢੱਕਿਆ? ਪੁਰਾਣੇ ਜ਼ਮਾਨਿਆਂ ਦੇ ਵਿੱਚ ਨਗਰ ਖੇੜਿਆਂ ਦੇ ਵਿੱਚ, ਕਸਬਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਕਿਸੇ ਦਾ ਕੋਈ ਸਿਰ ਨੰਗਾ ਨਹੀਂ ਦੇਖ ਸਕਦਾ ਸੀ,
ਮਾਫ ਕਰਨਾ, ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਿਸੇ ਦਾ ਸਿਰ ਢੱਕਿਆ ਨਹੀਂ ਮਿਲਦਾ, ਨਹੀਂ ਮਿਲਦਾ। ਤੇ ਗੁਰਬਾਣੀ ਨੇ ਫਿਰ ਕਹਿ ਦਿੱਤਾ ਸਾਨੂੰ, ਕਿਉਂਕਿ ਗੁਰਬਾਣੀ ਨੂੰ ਅੱਜ ਦੇ ਹਾਲਾਤਾਂ ਦਾ ਪਤਾ ਸੀ ਗੁਰੂ ਨਾਨਕ ਮਹਾਰਾਜ ਨੂੰ। ਪਹਿਲਾਂ ਸ਼ਰਮ ਗਈ ਘਰੇ ਆਪਣੇ ਪਤੋ ਚਟਲੀ ਨਾ, ਸਾਰਾ ਕੁਝ ਹੀ ਗੁਰਬਾਣੀ ਨੇ ਦੱਸਿਆ। ਸਤਿਗੁਰੂ ਮਹਾਰਾਜ ਜੀ ਕਹਿੰਦੇ ਸਤਿਕਾਰ ਕਰਨਾ, ਆਪਣੇ ਪਤੀ ਗੁਰਦੇਵ ਦਾ ਸਤਿਕਾਰਯੋਗ। ਕਹਿਣ ਲੱਗੀ, ਕਹਿੰਦੇ ਭਗਤ ਤੁਕਾ ਰਾਮ ਜੀ ਕੀ ਕਰਦੇ ਪਏ ਹੋ? ਕਹਿੰਦਾ ਮੈਂ ਕਿਸੇ ਕਾਰਜ ਲੱਗਿਆ ਹੋਇਆ। ਉਹਦੀ ਪਤਨੀ ਪਤਾ ਕੀ ਕਹਿੰਦੀ? ਕਹਿੰਦੀ ਭਗਤ ਤੁਕਾ ਰਾਮ ਜੀ ਕਿਉਂ ਖਪੀ ਜਾਂਦੇ ਹੋ? ਕਹਿੰਦੇ ਮਿੱਟੀ ਦੇ ਉੱਤੇ ਮਿੱਟੀ ਪਾਈ ਜਾਂਦੇ ਹੋ, ਮਿੱਟੀ ਦੇ ਉੱਤੇ ਮਿੱਟੀ ਪਾਈ ਜਾਂਦੇ ਹੋ। ਭਗਤ ਤੁਕਾ ਰਾਮ ਦੇ ਦੋਨੇ ਹੀ ਹੱਥ ਰੁਕ ਗਏ। ਕਹਿੰਦੇ ਮੈਂ ਤੇ ਸੋਚਿਆ ਸੀ ਕਿ ਮੇਰੀ ਪਤਨੀ ਦੀ ਸੋਚ ਜਿਹੜੀ ਆ ਉਹ ਸੋਨੇ ਦੇ ਹਾਰ ਨੂੰ ਦੇਖ ਕੇ ਮੋਹਤ ਨਾ ਹੋ ਜੇ, ਪਰ ਇਹ ਤਾਂ ਮੇਰੇ ਨਾਲੋਂ ਵੀ ਪਦਵੀ ਵੱਡੀ ਪ੍ਰਾਪਤ ਕਰੀ ਬੈਠੀ ਹੈ। ਇਹਨੂੰ ਸੋਨੇ ਦਾ ਹਾਰ ਸੋਨੇ ਦਾ ਨਹੀਂ ਲੱਗਦਾ, ਮਿੱਟੀ ਹੀ ਨਜ਼ਰ ਆਉਂਦੀ ਹੈ, ਮਿੱਟੀ ਨਜ਼ਰ ਆਉਂਦੀ ਹੈ। ਜਿਸ ਦਿਨ ਪਰਾਇਆ ਧਨ ਮਿੱਟੀ ਦਿਸਣ ਲੱਗ ਜੇ, ਉਸੇ ਦਿਨ ਸਮਝ ਲੈਣਾ ਕਿ ਹੁਣ ਰੱਬ ਦਾ ਰਸਤਾ ਤੇਰੇ ਵਾਸਤੇ ਤਿਆਰ ਪਿਆ ਹੈ। ਹੁਣ ਰੱਬ ਦਾ ਰਸਤਾ ਤਿਆਰ ਹੈ, ਹੁਣ ਚੱਲ ਰਹੇ ਰੱਬ ਦੇ ਰਸਤੇ ਤੇ। ਜਿਸ ਦਿਨ ਤੈਨੂੰ ਪਤਾ ਲੱਗੇ ਕਿ ਪਰਾਇਆ ਧਨ ਉਹ ਤੈਨੂੰ ਧਨ ਨਜ਼ਰ ਨਾ ਆਵੇ, ਤੈਨੂੰ ਮਿੱਟੀ ਨਜ਼ਰ ਆਵੇ, ਉਸੇ ਦਿਨ ਰੱਬ ਦਾ ਭਗਤ ਬਣੇਗਾ। ਉਸੇ ਦਿਨ ਰੱਬ ਦੇ ਭਗਤ ਤੇ ਅਸੀਂ ਸਾਰੇ ਹਾਂ। ਆਉਂਦਾ ਕਿਸੇ ਨੂੰ ਪਰਾਇਆ ਧਨ ਮਿੱਟੀ ਨਜ਼ਰ? ਭਗਤ ਤੁਕਾ ਰਾਮ ਜੀ ਦੇ ਹੱਥ ਰੁਕ ਗਏ। ਐਡੀ ਵੱਡੀ ਅਵਸਥਾ ਬਣੀ ਪਈ ਹੈ ਤੇਰੀ, ਐਡੀ ਵੱਡੀ ਉੱਚੀ ਅਵਸਥਾ ਤੇਰੀ ਬਣੀ ਪਈ ਹੈ ਕਿ ਹੁਣ ਤੈਨੂੰ ਧਨ ਸੋਨਾ ਚਾਂਦੀ ਜਿਹੜਾ ਪਿਆ ਹੈ ਉਹ ਮਿੱਟੀ ਹੀ ਨਜ਼ਰ ਆਉਂਦਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜਾ ਸਾਰਾ ਕੁਛ ਪਰਾਇਆ ਹੈ ਤੇਰਾ ਆਪਣਾ ਨਹੀਂ, ਉਹ ਤੈਨੂੰ ਮਿੱਟੀ ਹੀ ਮਿੱਟੀ ਨਜ਼ਰ ਆਵੇਗਾ। ਦੋ ਹੀ ਜਗ੍ਹਾ ਤੇ ਬੰਦੇ ਦੀ ਪਰਖ ਹੁੰਦੀ ਹੈ ਜਦੋਂ ਰੱਬ ਦਾ ਭਗਤ ਬਣਦਾ ਹੈ। ਇੱਕ ਤੇ ਜ਼ਿੰਦਗੀ ਦੇ ਵਿੱਚ ਜਦੋਂ ਸਭ ਤੋਂ ਆਪਣੇ ਗੁਨਾਹ ਚੇਤੇ ਆਉਣ ਲੱਗ ਜਾਣ, ਬੜੇ ਬੁਰੇ ਕਰਮ ਕੀਤੇ ਨੇ, ਬੜੇ ਬੁਰੇ ਕਰਮ ਕੀਤੇ ਨੇ, ਗੁਨਾਹ ਚੇਤੇ ਆਉਣ ਲੱਗ ਜਾਣ। ਦੂਜਾ, ਜਦੋਂ ਜੋ ਚੀਜ਼ ਸਾਡੀ ਨਹੀਂ ਹੈ ਪਰਾਈ ਹੈ, ਉਹ ਮਿੱਟੀ ਹੀ ਮਿੱਟੀ ਨਜ਼ਰ ਆਉਣ ਲੱਗ ਜਾਵੇ। ਤੇ ਹੁਣ ਤੇ ਰੱਬ ਦੇ ਭਗਤ ਵੀ ਆ, ਆਪਣਾ ਧਨ ਦਿਸਦਾ ਕਿਸੇ ਨੂੰ, ਪਰਾਇਆ ਧਨ, ਆਪਣੇ ਘਰੇ ਧਨ ਕਿੰਨਾ ਕੁ ਪਿਆ ਇਹ ਤਾਂ ਕਿਸੇ ਨੂੰ ਨਜ਼ਰ ਆਵੇ ਚਾਹੇ ਨਾ ਆਵੇ। ਗਵਾਂਢੀਆਂ ਦੇ ਘਰੇ ਕਿੰਨੀਆਂ ਕੁ ਰੋਟੀਆਂ ਪੱਕਦੀਆਂ ਸਭ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਬੜੇ ਅੰਤਰਜਾਮੀ ਬੈਠੇ ਨੇ ਬਥੇਰੇ। ਪਰਾਏ ਧਨ ਤੇ ਨਜ਼ਰ, ਪਰਾਏ ਘਰ ਦੇ ਵਿੱਚ ਨਜ਼ਰ, ਪਰਾਏ ਧਨ ਦਾ ਪਰਾਏ ਘਰ ਦਾ ਮਾੜਾ ਸੋਚਣਾ, ਇਹ ਤੇ ਦੁਨੀਆ ਦੀ ਆਮ ਫਿਤਰਤ ਬਣੀ ਪਈ ਹੈ, ਆਮ ਬਣੀ ਹੋਈ ਹੈ। ਦੂਸਰੇ ਦਾ ਬੁਰਾ ਸੋਚਣਾ। ਜਿਸ ਦਿਨ ਦੂਜੇ ਦਾ ਪਿਆ ਹੋਇਆ ਧਨ ਤੈਨੂੰ ਮਿੱਟੀ ਨਜ਼ਰ ਆਉਣ ਲੱਗ ਗਿਆ, ਉਦੋਂ ਸਮਝ ਲੈ ਤੂੰ ਗੁਰੂ ਨਾਨਕ ਦੇ ਨਾਲ ਜੁੜਿਆ ਹੋਇਆ। ਹਜੇ ਤੇ ਕੀ ਹੈ, ਹਜੇ ਤੇ ਆਪਦੇ ਘਰ ਦੇ ਵਿੱਚ ਤੇ 5-10 ਲੱਖ ਰੁਪਈਆ ਪਿਆ ਹੁੰਦਾ ਹੈ। ਚਲੋ ਨਾ ਬਾਲਾ ਤੇ ਕੋਈ ਕੁਛ ਨਾ ਕੁਛ ਤੇ ਪਿਆ ਹੁੰਦਾ ਘਰ ਦੇ ਵਿੱਚ। ਆਪਦੇ ਘਰ ਦੇ ਵਿੱਚ ਤੇ ਭਾਵੇਂ ਕਿੱਲੇ ਤੇ 10 ਲੱਖ ਦੀਆਂ ਮੱਝਾਂ ਬੰਨੀਆਂ ਪਈਆਂ ਹੁਣ, ਗਵਾਂਢੀਆਂ ਦੇ ਘਰੇ ਕੁੱਤਾ ਵੀ ਨਹੀਂ ਜਰਦਾ। ਇਹ ਆਮ ਫਿਤਰਤ ਹੈ। ਗੁਰੂ ਨਾਨਕ ਮਹਾਰਾਜ ਤੋਂ ਲੈ ਕੇ 9 ਪਾਤਸ਼ਾਹੀਆਂ ਨੇ ਸਾਨੂੰ ਇਹ ਸਮਝਾਇਆ ਕਿ ਜਿਹੜੀ ਤੇਰੀ ਆ ਪਹਿਲਾਂ ਵਾਲੀ ਖੇਤੀ ਬੀਜੀ ਬੈਠਾ ਨਾ, ਕਿਸੇ ਦਾ ਬੁਰਾ ਤੱਕਦਾ ਹੈ, ਪਹਿਲਾਂ ਇਹ ਖੇਤੀ ਨੂੰ ਵੱਢ। 9 ਪਾਤਸ਼ਾਹੀਆਂ ਨੇ। ਤੇ ਜਿਹੜੀਆਂ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਅਸੀਂ ਪੜ੍ਹਦੇ ਹਾਂ ਨਿਤਨੇਮ ਸੰਧਿਆ ਦੇ ਟਾਈਮ ਤੇ, ਇਹ ਸਾਰਾ ਕੁਛ ਇਹਦੇ ਵਿੱਚ ਗਿਆਨ ਛੁਪਿਆ ਹੋਇਆ ਕਿ ਤੂੰ ਪਹਿਲਾਂ ਵਾਲੀ ਆਪਣੀ ਖੇਤੀ ਨੂੰ ਵੱਢ ਦੇ। ਇਹ ਬਾਣ ਨੂੰ ਬਿਲਕੁਲ ਸਾਫ਼ ਕਰ ਲਾ। ਜਿਸ ਦਿਨ ਤੂੰ ਇਸ ਬਾਣ ਨੂੰ ਸਾਫ਼ ਕਰ ਲਿਆ, ਆਮ ਖੇਤੀ ਕੋਈ ਬੀਜਦਾ, ਬਾਣ ਨੂੰ ਸਾਫ਼ ਕਰਕੇ ਉਹਦੇ ਵਿੱਚ ਕਿਸਾਨ ਨੂੰ ਬੀਜ ਪਾਉਣਾ ਪੈਂਦਾ ਹੈ।
गुरु ग्रंथ साहिब जी महाराज कहते ने तू अपनी खेती नूं सवार लै, तैनूं बीज पाउण दी लोड़ नहीं, गुरु गोबिंद सिंह महाराज खुद पा देणगे, खुद पा देणगे। पर हजे तक तो पहली वाली फसल वड्डी नहीं है। भगत तुका राम जियां दे हथ रुक गए। भगत कहंदा मैं रब दा भगत सी, पर हजे तक सोना पिया होया मैनूं सोना ही नज़र आया सी, मैनूं मिट्टी नहीं नज़र आया सी। हजे तक सोना सोना नज़र आ रहा है, धन धन नज़र आ रहा है, पदार्थ पदार्थ नज़र आ रहे ने, तो समझ लें कि हजे तक रब दे रस्ते ते तू चलिया नहीं है। पहले इस खेती नूं सारी नूं वढना सी, सवारना सी। हुण ते होर ही दुनिया दीयां गल्लां हो गईयां, इन्हां नूं किन्ना क समझाइए, किन्नियां क गुरबाणी दीयां पंक्तियां सुनाइए, किन्ने क अर्थ सुनाइए। हुण ते लोकां दी दुनिया दा सिस्टम ही बदल गया, सिस्टम ही बदल गया। घर दे भी चाहुंदे ने, घर दे भी चाहुंदे नित इते बड़ा कुछ करके घर दे विच कलेश पाई रखदा है। वो घर दे भी चाहुंदे हुंदे ने जे कहंदे अमृत छक ले ना ते वधिया रवांगे सी। ले पहला तां तुहानूं कल्ले परिवार वालिਆਂ ਨੂੰ जिन चुंबड़िया होया सीगा, हुण तुसीं गਾਹਾਂ धार्मिक ਅਸਥਾਨਾਂ वालिਆਂ ਨੂੰ भी जिन चुंबड़ दो। उत्थे भी जाके वो जिन जिहड़े ने अपने घर दे विच ही कलेश पा के रखिया, गवांढियां दे घर दे विच जाके कित्थों रह दे के किसी दा घर वसाऊगा, जिन चुंबड़े होए ने। तो गुरु साहिब जी महाराज कहंदे पहलां वाली खेती वढ, जे पहलां वाली विषे वकारां वाली खेती वढनी चाहुंदा ते फिर आके सीस झुका दे गुरु नानक दे घर नूं, आके पुछ गुरु नानक महाराज तो, कर जपजी साहिब दा पाठ अपनी रसना दे नाल, महाराज तैनूं दसणगे कि खेती किवें वढी जाऊगी, सवारिया किवें जाऊगा, ये खेती सवारी किवें जानी है। फिर तैनूं गुरु नानक महाराज जी समझाउणगे। ते गुरु नानक देव साहिब जी महाराज जियां तो ये गल कोई समझण वास्ते तैयार नहीं है। दुनिया की गल, दुनिया ते बस जे कोई धार्मिक स्थान नाल जुड़ गए, उत्थे धार्मिक स्थान दे बाबिਆਂ नाल जुड़ जाते हैं। मैं किसी बाबे का विरोधी नहीं है, पर माफ़ करना, जे कोई गुरु ग्रंथ साहिब जी महाराज दे शब्द नूं लांभे करके किसी होर दे नाल जुड़दा है, बस एक गल चेते रख लियो कि जेड़ा बंदा सारी जिंदगी आप दुखी होया, किसी दी झोली दे विचों सुख नहीं पा सकदा, नहीं पा सकदा। जेड़ा आप ही दुखी है ते दुखी दुनिया सारी है। तो गुरु साहिब जी महाराज कहंदे गुरु दे शब्द दे नाल अपनी जिहड़ी पहलां वाली काम क्रोध लोभ मोह हंकार ये फसल तू बीजी सी ना, इनू तू अपनियां खुराक भी दिंदा रहा है। फसल तो हुण बिल्कुल जिहड़ी हैगी है, फसल हुण झाड़ ते आई हुई है। आसा नूं, तृष्णा नूं, हंकार नूं, लोभ नूं, इनू तू सारी नूं खुराक दे दे के इनू वड्डी कीता है। फसल नूं बड़े सुचज्जे ढंग दे नाल इहदी पालन पोषणा कीती है तूं। ये हुण फल ते आई खड़ी है। पहला गुरु साहिब जी महाराज कहंदे 9 पातशाहियां दा हुक्म है कि पहला पातशाहियां तो हुक्म लैके फसल नूं वढ दे, इनू खेती नूं सवार लै, बिल्कुल नाम बीज संतोख सुहागा रख गरीबी वेस। होर की पुछना है गुरु नानक देव साहिब महाराज तो? हरेक प्रकार का ज्ञान गुरु साहिब जी महाराज जी ने बख्शिश किया है। तो गुरु साहिब जी महाराज कहते हैं कि रब दे भगत उच्ची अवस्था का उदों ही पता लगता है जदों कोई पराया धन देख के उन्होंने मिट्टी नज़र आवे। तो मनुख दे ते पराया धन देख के नीत डिग पैंदी है, फिर नहीं उहदे चों अखां कढ़दा है, फिर इहदियां अखां तां भावें निकल जाण, पर इहदे दिमाग दे विचों पराया धन जांदा ही नहीं, सारी जिंदगी नहीं जांदा, मरदे दम तक नहीं ये दिमाग के विचों निकलता कि इन्ना धन पिया उन्होंने घरे, इन्ने पदार्थ ने, इन्ना कुछ है उन्होंने कोले, मरदे दम तक उन्होंने चेते दे विच रखता है। महाराज कहते नहीं सजना, तू ये कर्म करने वास्ते संसार विच नहीं आया, जिहड़ी ये तू खेती बीजी सी ना, काम क्रोध लोभ हंकार दी, आसा दी, तृष्णा दी, विषे वकारां दी जिहड़ी खेती बीजी सी, 9 पातशाहियां तैनूं हुक्म करदियां ने कि खेती वढ दे ते जिंदगी सवार लै, फिर ही जिंदगी सवारी जानी है।
9 ਪਾਤਸ਼ਾਹੀਆਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਵਿੱਚ ਆਪੇ ਅੰਮ੍ਰਿਤ ਦੀ ਦਾਤ ਪਾ ਦੇਣਗੇ। ਤੇ ਬੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਉੱਤੋਂ ਦੀ ਹੋ ਕੇ ਜਾਂਦਾ, ਕਹਿੰਦਾ ਨਹੀਂ ਸਿੱਧਾ ਡਾਇਰੈਕਟ ਹੀ ਜਾ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਬਣ ਜਾ। ਠੀਕ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਬਣ ਗਿਆ, ਪਰ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਪਰਾਏ ਧਨ ਤੇ ਨਜ਼ਰ ਰੱਖੇ, ਕ੍ਰੋਧੀ ਹੋਵੇ, ਲੋਭੀ ਹੋਵੇ, ਹੰਕਾਰੀ ਹੋਵੇ, ਕਿਸੇ ਦਾ ਘਰ ਉਜਾੜਦਾ ਹੋਵੇ। ਇਹੋ ਜਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਨਹੀਂ ਹੋ ਸਕਦਾ। ਇਹ ਤਾਂ ਕਿਸੇ ਹਰਨਾਕਸ਼ ਦਾ ਹੀ ਹੋ ਸਕਦਾ ਇਹੋ ਜਿਹਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਬੜਾ ਸੁਚੇਤ ਕਰਦੇ ਨੇ। ਜਿਹੜੇ ਅਸੀਂ 5 ਬਾਣੀਆਂ ਦਾ ਨਿਤਨੇਮ ਪੜ੍ਹਦੇ ਸੁਣਦੇ ਆ ਨਾ, ਇਹ ਇੱਕ ਡਿਜ਼ਾਈਨ ਰੂਪ ਨਹੀਂ ਹੈ। ਹਾਂਜੀ ਵੀ ਪੜ੍ਹੀ ਜਾਂਦੇ ਨੇ ਤੇ ਸੁਣ ਲਿਆ ਬਸ ਠੀਕ ਹੈ, ਇਹ ਕੋਈ ਇਸ ਵਾਸਤੇ ਨਹੀਂ ਹੈ। ਇਹਦੇ ਵਿੱਚ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇਹਦੇ ਵਿੱਚੋਂ ਕੁਛ ਨਾ ਕੁਛ ਗਿਆਨ ਪ੍ਰਾਪਤ ਕਰਕੇ ਅਕਸਰ ਮਹਾਰਾਜ ਤੈਨੂੰ ਕਹਿਣਾ ਕੀ ਚਾਹੁੰਦੇ ਨੇ। ਤੇ ਉਸ ਜਦੋਂ ਤੈਨੂੰ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ, ਫਿਰ ਤੂੰ ਉਸ ਨੂੰ ਹੁਕਮ ਨੂੰ ਪਰਮੇਸ਼ਰ ਦੇ ਨੂੰ ਮੰਨਣ ਦੇ ਯਤਨ ਕਰ। ਪਰ ਹਜੇ ਤੱਕ ਤੇ ਇਹੀ ਨਹੀਂ ਪਤਾ ਲੱਗਿਆ ਕਿ ਗੁਰੂ ਸਾਹਿਬ ਸਾਨੂੰ ਕਿਹੜੀ ਗੱਲ ਤੋਂ ਸੁਚੇਤ ਕਰਦੇ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਇਸ ਤੋਂ ਅਗਾਹਾਂ ਮੈਂ ਹੋਰ ਇਹਨਾਂ ਤੇ ਪ੍ਰਮਾਣ ਨਹੀਂ ਬੋਲ ਸਕਦਾ, ਕਿਉਂਕਿ ਜਿੰਨਾ ਕੁ ਸਮਾਂ ਗੁਰੂ ਦੀ ਸੰਗਤ ਗੁਰੂ ਸਾਹਿਬ ਜੀ ਬਖਸ਼ਦੇ ਨੇ, ਸਮੇਂ ਦੇ ਦਾਇਰੇ ਦੇ ਵਿੱਚ ਹਰ ਇੱਕ ਮਨੁੱਖ ਨੂੰ ਰਹਿਣਾ ਪੈਂਦਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।